ईटीटी केडर ਦੇ ਜੁਝਾਰੂ ਸਾਥੀਓ ਸਤਿ ਸ੍ਰੀ ਅਕਾਲ। ਗੱਲ ਆਪਾਂ ਕਰਦੇ ਹਾਂ ਸਿਲੈਕਸ਼ਨ ਤੱਕ ਪਹੁੰਚਣ ਦੀ। ਆਪਾਂ ਉਹਦੇ ਪ੍ਰੋਸੈਸ ਨੂੰ ਮਾੜਾ ਜਿਹਾ ਧਿਆਨ ਨਾਲ ਦੇਖ ਲਈਏ ਕਿ ਪ੍ਰੋਸੈਸ ਕਿੱਦਾਂ ਹੁੰਦਾ। ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜੋ ਲਿਸਟਾਂ ਜੋ ਸਕਰੀਟਨੀ ਹੋਊਗੀ, ਜਿੱਥੋਂ ਤੱਕ ਉਹ ਲਿਸਟਾਂ ਹੈਗੀਆਂ ਉਹਨਾਂ ਦੇ ਵਿੱਚੋਂ ਬੀਐਡ ਅਤੇ ਡਿਫਾਲਟਰ ਕਿਸੇ ਵੀ ਕਿਸਮ ਦਾ ਹੈਗਾ ਉਹਨਾਂ ਨੂੰ ਪਾਸੇ ਕਰ ਦਿੱਤਾ ਜਾਊਗਾ। ਉਹਦੇ ਵਿੱਚ BA ਦੇ ਜਾਅਲੀ ਨੰਬਰ ਵੀ ਹੈਗੇ ਆ, ਜਾਅਲੀ ਡਿਗਰੀਆਂ ਵੀ ਹੈਗੀਆਂ। ਉਹਨਾਂ 'ਚੋਂ ਉਹ ਬੰਦੇ ਵੀ ਹੈਗੇ ਆ ਜਿਹੜਿਆਂ ਨੇ ਹਜੇ ਡਿਪਲੋਮਾ ਪੂਰਾ ਨਹੀਂ ਕੀਤਾ, ਹਜੇ ਰਹਿੰਦਾ। ਫਿਰ ਆਫਟਰ ਦੈਟ ਜਿੰਨੀਆਂ ਸੀਟਾਂ ਬਾਕੀ ਬਚ ਗਈਆਂ ਹਰ ਇੱਕ ਕੈਟੇਗਰੀ ਦੀਆਂ, ਉਹਨਾਂ ਦੇ ਪ੍ਰਤੀ ਘੱਟੋ ਘੱਟ ਮੇਰੇ ਹਿਸਾਬ ਨਾਲ 5 ਨੰਬਰ ਡਾਊਨ ਕਰਕੇ ਫਿਰ ਸਕਰੂਟਨੀ ਵਾਸਤੇ ਸੱਦਿਆ ਜਾਊਗਾ। ਇਸ ਸਕਰੂਟਨੀ 'ਤੇ ਘੱਟ ਤੋਂ ਘੱਟ 10 ਦਿਨ ਦਾ ਸਮਾਂ ਲੱਗ ਜਾਂਦਾ ਹੈ, ਕਿਉਂਕਿ ਕੈਟੇਗਰੀ ਵਾਈਜ਼ ਸਕਰੂਟਨੀ ਹੁੰਦੀ ਹੈ। ਇੱਕ ਅੱਧੀ ਵਿੱਚ ਛੁੱਟੀ ਆ ਜਾਂਦੀ ਹੈ ਤਾਂ ਘੱਟ ਤੋਂ ਘੱਟ 10 ਦਿਨ ਦਾ ਉਹ ਪ੍ਰੋਸੈਸ ਹੈ। ਉਸ 'ਤੇ ਫਿਰ ਕੈਂਚੀ ਚੱਲਣੀ ਹੈ। ਉਹਦੇ ਵਿੱਚੋਂ ਡਿਫਾਲਟਰ ਵੀ ਨਿਕਲਣੇ ਹੈ, ਉਹਦੇ ਵਿੱਚੋਂ ਡਬਲ ਅਪਲਾਈ ਕੀਤੇ ਹੋਏ ਕੇਸ ਵੀ ਪਾਸੇ ਹੋਣੇ ਹੈ। ਉਹਨਾਂ ਦੀ ਸ਼ਾਂਤੀ ਤੋਂ ਬਾਅਦ ਕੈਟੇਗਰੀ ਵਾਈਜ਼ ਜਿੰਨੀਆਂ ਸੀਟਾਂ ਖਾਲੀ ਰਹਿ ਗਈਆਂ ਤਾਂ ਤੀਜੀ ਵਾਰ ਫਿਰ ਸੱਦੇ ਜਾ ਸਕਦੇ ਆ। ਮੈਨੂੰ 100% ਸ਼ੋਰ ਹੈ ਕਿ ਤੀਜੀ ਲਿਸਟ ਫਿਰ ਸੱਦਣਗੇ। ਤੀਜੀ ਦੇ ਵਿੱਚ 3 ਨੰਬਰ 4 ਨੰਬਰ 2 ਨੰਬਰ ਜਾਂ ਜਿੱਦਾਂ ਦਾ ਵੀ ਉਹਨਾਂ ਦਾ ਸੀਟਾਂ ਦੇ ਹਿਸਾਬ ਨਾਲ ਹੋਇਆ, ਉਹ ਸੀਟਾਂ 'ਤੇ ਫਿਰ ਸਕਰੂਟਨੀ ਵਾਸਤੇ ਸਟੂਡੈਂਟਸ ਨੂੰ ਬੁਲਾਉਣਗੇ। ਇਸ ਸਮੇਂ ਦਾ ਜਿਹੜਾ ਹੈਗਾ ਪ੍ਰੋਸੈਸ ਹੈ ਇਹਦੇ ਵੀ 5-7 ਦਿਨ ਲੱਗ ਜਾਣਗੇ। ਫਿਰ ਤੀਜੀ ਲਿਸਟ ਜਿਹੜੀ ਰਹਿ ਗਈ ਉਹ ਫਿਰ ਜਿਹੜੀ ਹੈਗੀ ਹੈ ਸਕਰੂਟਨੀ ਵਾਸਤੇ ਸੱਦਣਗੇ। ਉਹ ਸਕਰੂਟਨੀ ਪੂਰੀ ਹੋਣ ਤੋਂ ਬਾਅਦ ਘੱਟੋ ਘੱਟ ਪ੍ਰੋਸੈਸ ਇਹ ਵੀ 10 ਦਿਨਾਂ ਦੀ ਬਣ ਜਾਣਾ। ਤਾਂ ਉਸ ਤੋਂ ਬਾਅਦ ਜਿਹੜੀਆਂ ਸੀਟਾਂ ਖਾਲੀ ਰਹਿ ਗਈਆਂ ਸਪੋਰਟਸ ਕੋਟੇ ਦੀਆਂ ਜਾਂ ਤੇਰੀ ਹੈਗੀ ਹੈ MSC ਜਿਹੜੇ ਹੈਗੇ ਆ ਉਹ SC ਕੈਟੇਗਰੀ ਦੇ ਹੈਗੇ ਆ, ਇੱਕ RO ਹੈ, ਇੱਕ ਹੈਗੇ ਹੈ ਮਜਬੀ ਸਿੰਘ। ਉਹਨਾਂ ਦੀਆਂ ਪੋਸਟਾਂ ਜਿਹੜੀਆਂ ਖਾਲੀ ਰਹਿ ਜਾਣਗੀਆਂ ਉਹਦੇ ਵਿੱਚ ਫਿਰ ਉਹ SC ਦੂਸਰੇ ਦੇ ਵਿੱਚ ਰਿਜ਼ਰਵ ਕਰਨਗੇ। ਅਤੇ ਜਿਹੜੀਆਂ ਸੀਟਾਂ ਜਰਨਲ ਦੀਆਂ ਸਪੋਰਟਸ ਦੀਆਂ ਰਹਿ ਜਾਂਦੀਆਂ ਜਾਂ ਮਤਲਬ ਕਿ ਹੋਰ ਵੱਖ ਵੱਖ ਪ੍ਰਕਾਰ ਦੀਆਂ ਰਹਿ ਜਾਂਦੀਆਂ, ਫਿਰ ਉਹ ਸੀਟਾਂ ਨੂੰ ਉਸੇ ਕੈਟੇਗਰੀ 'ਚ ਕਨਵਰਟ ਕਰਨਗੇ। ਉਸ ਨੂੰ ਕਨਵਰਟ ਕਰਨ ਤੋਂ ਬਾਅਦ ਜਿਹੜੇ ਜਰਨਲ ਦੇ ਵਿੱਚ ਸਟੂਡੈਂਟ ਜਾਣਗੇ ਉਹਨਾਂ ਦੇ ਵਿੱਚੋਂ ਫਿਰ ਥੱਲੋਂ ਲਿਸਟਾਂ ਦੇ ਵਿੱਚ ਜਿਹੜਿਆਂ ਦੇ ਨੰਬਰ ਜਰਨਲ ਦੇ ਬਰਾਬਰ ਹੈ ਤਾਂ ਰਿਜ਼ਰਵ ਕੈਟੇਗਰੀ ਦੇ ਜਿਹੜੇ ਸਟੂਡੈਂਟ ਹੋਣਗੇ ਉਹ ਉੱਧਰ ਚਲੇ ਜਾਣਗੇ। ਸੀਟਾਂ ਫਿਰ ਉਲਟ ਪੁਲਟ ਹੋ ਜਾਣਗੀਆਂ। ਉਸ ਤੋਂ ਬਾਅਦ ਫਿਰ ਵੀ ਸਕਰੂਟਨੀ ਰੱਖੀ ਜਾ ਸਕਦੀ ਹੈ, ਕਿਉਂਕਿ ਜਿੰਨਾ ਚਿਰ 66-35 ਪੂਰੀ ਦੀ ਪੂਰੀ ਕੈਟੇਗਰੀ ਵਾਈਜ਼ ਪੂਰੇ ਦੇ ਪੂਰੇ 66-35 ਲਿਸਟ ਪੂਰੀ ਨਹੀਂ ਹੋ ਜਾਂਦੀ ਉਨੀ ਦੇਰ ਤੱਕ ਇਹ ਆਰਡਰ ਨਹੀਂ ਦੇਣਗੇ। ਇਹ ਨਾ ਸੋਚੋ ਕਿ ਜਿਹਨਾਂ ਦੀ ਸਕਰੂਟਨੀ ਹੋ ਗਈ ਉਹਨਾਂ ਨੂੰ ਤਾਂ ਆਰਡਰ ਪਹਿਲਾਂ ਦੇ ਦਿਓ ਅਤੇ ਸਾਨੂੰ ਬਾਅਦ 'ਚ ਦੇ ਦਿਓ। ਇੱਦਾਂ ਦੀ ਕੋਈ ਗੱਲ ਨਹੀਂ ਹੈ ਹੋ ਸਕਦੀ। ਇਹ ਸਾਰੇ ਦੀਆਂ ਸਾਰੀਆਂ ਪੂਰੀਆਂ ਇਕੱਠੀਆਂ ਕਰਨਗੇ। ਮੰਤਰੀ ਹੈ ਜਿਹੜੇ ਉਹ ਵਿਚਾਰੇ ਇੱਕ ਵਾਰੀ ਪਹਿਲੀ ਵਾਰ MLA ਬਣੇ ਹੈ, ਮੰਤਰੀ ਬਣ ਗਏ। ਤਜਰਬੇ ਦੀ ਘਾਟ ਹੈ, ਕੰਮ ਕਰਨਾ ਚਾਹੁੰਦੇ ਆ, ਇਮਾਨਦਾਰ ਨੇ, ਪਰੰਤੂ ਤਜਰਬੇ ਦੀ ਘਾਟ ਦੇ ਕਾਰਨ ਕਦੇ 30 ਨੂੰ ਕਹਿ ਦਿੰਦੇ ਆਰਡਰ ਦੇ ਦਿਆਂਗੇ, ਕਦੇ 1-2 ਦਿਨਾਂ 'ਚ ਕਹਿ ਦਿਆਂਗੇ। ਉਹ ਉਹਨਾਂ ਦੇ ਵਿੱਚ ਤਜਰਬੇ ਦੀ ਘਾਟ ਹੈ। ਸੋ ਉਸ ਤੋਂ ਬਾਅਦ ਜਦੋਂ ਕੰਪਲੀਟ ਹੋ ਗਈਆਂ ਹੋ ਸਕਦਾ ਹੈ ਫਿਰ ਉਹ ਓਬਜੈਕਸ਼ਨ ਲਿਸਟ ਵੀ ਪਾਉਣ। ਜੇ ਓਬਜੈਕਸ਼ਨ ਲਿਸਟ ਪਾਤੀ ਤਾਂ ਘੱਟ ਤੋਂ ਘੱਟ 5 ਦਿਨਾਂ ਦਾ ਸਮਾਂ ਉਹਦੇ 'ਤੇ ਵੀ ਦਿੰਦੇ ਆ, 4 ਦਾ ਜਾਂ 5 ਦਾ। ਫਿਰ ਉਹ ਤੁਹਾਡੇ ਕੋਲੋਂ ਸਟੇਸ਼ਨ ਮੰਗਣਗੇ, ਫਿਰ ਤੁਸੀਂ ਆਫਰ ਲੈਟਰ ਦਿਓਗੇ, ਮੈਡੀਕਲ ਕਰਾਓਗੇ, ਫਿਰ ਜਾ ਕੇ ਤੁਸੀਂ ਜੁਆਇਨ ਕਰੋਗੇ। ਮੈਂ ਇਸ ਕਰਕੇ ਕੱਲ੍ਹ ਕਿਹਾ ਸੀਗਾ ਕਿ ਜੇ ਕੋਈ ਝਮੇਲਾ ਨਾ ਪਿਆ ਤਾਂ ਘੱਟ ਤੋਂ ਘੱਟ 1.5-2 ਮਹੀਨੇ ਦਾ ਇਹ ਪ੍ਰੋਸੈਸ ਹੈ ਇਹਦਾ ਪੂਰਾ ਕਰਨ ਦਾ, ਨਿਰਵਿਘਨ ਜੇ ਚੱਲਦਾ ਰਹਿੰਦਾ। ਸੋ ਜਿਹਨੂੰ ਇਸ ਤਰ੍ਹਾਂ ਲੱਗਿਆ ਮੈਂ 2 ਮਹੀਨੇ ਕਹੇ ਹੈ, ਮੈਂ ਐਜੂਕੇਸ਼ਨ ਮਹਿਕਮੇ ਦੇ ਵਿੱਚ ਸਾਰੀ ਉਮਰ ਕੱਢ ਲਈ। ਲੈਕਚਰਾਰ ਪੰਜਾਬੀ ਦੇ ਤੌਰ 'ਤੇ ਮੈਂ ਕੰਮ ਕਰਦਾ। 97 ਦੀ ਮੇਰੀ ਅਪੁਆਇੰਟਮੈਂਟ ਹੈ। SS ਮਾਸਟਰ 'ਤੇ ਮੈਂ ਸਿਲੈਕਟ ਹੋਇਆ ਸੀ। ਹੁਣ ਮੈਂ ਲੈਕਚਰਾਰ ਪੰਜਾਬੀ ਹਾਂ ਅਤੇ ਮੇਰੀ ਸਾਰੀ ਉਮਰ ਹੀ ਲੰਘ ਗਈ ਇਹਨਾਂ ਦੇ ਵਿੱਚ ਇੰਟਰਵਿਊਆਂ ਦੇ ਵਿੱਚੋਂ ਅਤੇ ਹੋਰ ਦੇਖਦਿਆਂ ਨੂੰ। ਸੋ ਕਾਹਲ ਨਾ ਕਰੋ। ਇੱਕ ਬੇਨਤੀ ਮੈਂ ਕਰਦਿਆਂ ਅੜਿੱਕੇ ਡਾਊਨ ਵਾਲਿਆਂ ਲਈ, ਕਿਉਂਕਿ 12,000 ਦੇ ਲਗਭਗ ਪੋਸਟ ਬਣਦੀ ਹੈ ਜਿਹੜੀ ਹੁਣ ਤੱਕ ਜਿਹੜੀ ਮੰਗੀ ਗਈ ਹੈ। 12 ਵੀ ਨਹੀਂ, ਜ਼ਿਆਦਾ ਬਣਦੀ ਹੈ। 2364 6600 ਕਿੰਨੀ 6000 ਦੇ ਹੁਣ ਲਗਭਗ ਹੈ। ਇਹ ਪੋਸਟ 14-15,000 ਦੇ ਲਗਭਗ ਸੀਟਾਂ ਵੇਕੈਂਟ ਬਣੀ ਜਾਂਦੀਆਂ। ਤਾਂ ਜਿਹੜੇ ਅੜਿੱਕਾ ਡਾਊਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਅੜਿੱਕੇ ਨਹੀਂ ਲਾਉਣੇ ਚਾਹੀਦੇ, ਕਿਉਂਕਿ ਜਿਹੜੇ ਬੰਦੇ ਇਦੋਂ ਪਹਿਲਾਂ
ਵਗ ਜਾਣਗੇ, ਉਹ ਆਪਣੇ ਆਪ ਮੈਟ 'ਚੋਂ ਘਟ ਜਾਣਗੇ। ਬਾਕੀ ਜਿਹੜੇ ਨਵਾਂ ਜਿਹੜਾ ਹੈਗਾ 6000 ਵਾਲਾ 6900 ਕਿੰਨੇ ਵਾਲਾ ਜਿਹੜਾ ਪ੍ਰੋਸੈਸ ਹੈ ਉਹ ਅਪਲਾਈ ਹੋ ਜਾਊਗਾ, ਉਹਦੇ ਵਿੱਚ ਤੁਸੀਂ ਸਾਰੇ ਆ ਜਾਓਗੇ। ਕਿਉਂਕਿ ETT ਟੈਟ ਪਾਸ ਓਨੇ ਨਹੀਂ ਹੈਗੇ ਪੰਜਾਬ ਦੇ ਵਿੱਚ ਜਿੰਨੀਆਂ ਪੋਸਟਾਂ ਇਹਨਾਂ ਨੇ ਕੱਢ ਦਿੱਤੀਆਂ। 15-16 ਹਜ਼ਾਰ ਬੱਚਾ ਹੈ ਨਹੀਂ ਗਾ ETT ਦਾ। ਹਾਂ, ਜੇ ਇਸ ਤਰ੍ਹਾਂ ਲਮਕਾ ਹੀ ਰਹੇ ਤਾਂ ਉਦੋਂ ਬਾਅਦ ਜੇ ਫਿਰ ETT ਦਾ ਉਹਨਾਂ ਨੇ ਜਿਹੜਾ ਹੈਗਾ PTET ਕੱਢਤਾ ਤਾਂ ਫਿਰ ਵੀ ਉਹਨਾਂ ਦੇ ਰੁਕਾਵਟਾਂ ਪੈ ਜਾਣਗੀਆਂ। ਫਿਰ ਉਹ ਬੱਚੇ ਜਿਹੜੇ ਹੈਗੇ ਤੁਹਾਡੇ ਨਾਲ ਆ ਰਲਣਗੇ। ਇਸ ਕਰਕੇ ਬੇਨਤੀ ਹੈ ਕਿ ਇਹਨਾਂ ਸੀਟਾਂ ਨੂੰ ਪੂਰੀਆਂ ਹੋਣ ਦਿਓ। ਇਹ ਪ੍ਰੋਸੈਸ ਦੇ ਵਿੱਚ ਕਿਸੇ ਕਿਸਮ ਦਾ ਜਿਹੜੇ 30 ਜਾਂ 35 ਨੰਬਰ ਵਾਲੇ ਅੜਿੱਕੇ ਡਾਉਣ ਦੀ ਕੋਸ਼ਿਸ਼ ਕਰਦੇ ਆ ਉਹ ਨਾ ਕਰਨ, ਉਹਨਾਂ ਦੀ ਵੀ ਵਾਰੀ ਆ ਜਾਣੀ ਹੈ। ਪਰੰਤੂ ਜੇ ਉੱਪਰਲੀ ਮੈਰਿਟ ਵਾਲੇ ਪਹਿਲਾਂ ਪਾਸੇ ਹੁੰਦੇ ਨੇ ਫਿਰ ਤੁਹਾਡਾ ਚਾਂਸ ਬਣੂਗਾ, ਅਦਰਵਾਈਜ਼ ਨਹੀਂ ਬਣਨਾ ਗਾ। ਸੋ ਮੈਂ ਇਹ ਬੇਨਤੀ ਵੀ ਕਰਦਾ ਅਤੇ ਉਮੀਦ ਕਰਦਾ ਕਿ ਜੇ ਕੋਈ ਇਸ ਦੇ ਵਿੱਚ ਤੁਹਾਨੂੰ ਤਰੁੱਟੀ ਲੱਗੀ ਹੋਵੇ ਜਾਂ ਹੋਵੇ ਤਾਂ ਮੇਰੇ ਨਾਲ ਫੋਨ 'ਤੇ ਵੀ ਸੰਪਰਕ ਕਰ ਸਕਦਾ। ਅਦਰਵਾਈਜ਼ ਇੱਦਾਂ ਹੀ ਹੋਣਾ, ਤੁਸੀਂ ਵੇਖ ਦਿਓ ਇਕੱਠਿਆਂ ਨੂੰ ਹੀ ਆਫਰ ਲੈਟਰ ਉਹਨਾਂ ਨੇ ਦੇਣੇ ਹੈ। ਅਤੇ DO ਦਫ਼ਤਰ ਦੇ ਵਿੱਚ ਜਦੋਂ ਅਸੀਂ ਆ ਜਾਵਾਂਗੇ, ਜਦੋਂ ਅਸੀਂ ਸਟੇਸ਼ਨ ਲੈਣੇ ਹੈ ਤਾਂ ਮੈਡੀਕਲ ਕਰਨ ਤੋਂ ਬਾਅਦ ਜਿਹੜੀ ਹੈਗੀ ਹੈ PP ਨੰਬਰ DO ਨੇ ਦੇਣਾ, ਤਾਂ ਉਹ ਵੀ ਇੱਕੋ ਟਾਈਮ 'ਤੇ ਦੇਣਾ ਸਾਰਿਆਂ ਨੂੰ, ਇਕੱਠਿਆਂ ਨੂੰ ਦੇਣਗੇ। ਇਹ ਨਹੀਂ ਹੈਗਾ ਜਿਹੜਾ ਪਹਿਲਾਂ ਆ ਗਿਆ ਪਹਿਲਾਂ ਦਿੱਤਾ, ਜਿਹੜਾ ਦੂਜਾ ਆ ਗਿਆ ਦੂਜਾ ਆ ਗਿਆ। ਸੋ ਇਸ ਲਈ ਇਹ ਪ੍ਰੋਸੈਸ 2 ਕੁ ਮਹੀਨਿਆਂ ਦਾ ਮੇਰੇ ਹਿਸਾਬ ਨਾਲ ਹੈਗਾ। ਸੋ